टॉपिक हैगा अपने को जी स्टैंडिंग वेव। और इसे ਨੂੰ ਅਸੀਂ ਦੂਜਾ ਨਾਮ ਦਈਏ ਤੈਨੂੰ ਅਸੀਂ ਕਹਿੰਦੇ ਜੀ ਸਟੇਸ਼ਨਰੀ ਵੇਵ। स्टैंडिंग या स्टेशनरी वेव्स ਨੂੰ ਆਪਾਂ ਡਿਫਾਈਨ ਕਰਨਾ ਹੋਵੇ ਹੈ ਨਾ ਤਾਂ ਸਟੈਂਡਿੰਗ ਔਰ ਸਟੇਸ਼ਨਰੀ ਵੇਵ ਕਿਹਨੂੰ ਕਹੀਏ। ਆਪਾਂ ਬੁੱਤ ਅੱਗੇ ਇਸ ਚੈਪਟਰ ਦੇ ਵਿੱਚ ਸਟਾਰਟਿੰਗ ਚ ਪਹਿਲੇ ਟੌਪਿਕ ਚ ਇੱਕ ਟੌਪਿਕ ਪੜਿਆ ਵਾ ਇਕੁਏਸ਼ਨ ਆਫ ਪਲੇਨ ਟਰੈਵਲਿੰਗ ਵੇਵ। ਟਰੈਵਲਿੰਗ ਵੇਵ ਜਾਂ ਪ੍ਰੋਗਰੈਸਿਵ ਵੇਵ ਤੇ ਉਹਦੇ ਵਿੱਚ ਅਸੀਂ ਡਿਫਾਈਨ ਇਹ ਕੀਤਾ ਸੀਗਾ ਕਿ ਜਦੋਂ ਵੇਵ ਮੇਰੀ ਜਿਹੜੀ ਪ੍ਰੋਪੇਗੇਟ ਕਰਦੀ ਆ, ਠੀਕ ਹੈ, ਜਦੋਂ ਡਿਸਟਰਬੈਂਸ ਜਿਹੜੀ ਉਹ ਟਰੈਵਲ ਕਰਦੀ ਆ, ਤੁਸੀਂ ਕਹਿੰਦੇ ਜੀ ਉਹ ਵੇਵ ਜਿਹੜੀ ਟਰੈਵਲ ਕਰਦੀ ਪਈ ਉਹਦੀ ਇਕੁਏਸ਼ਨ ਡਰਾਈਵ ਕਰੋ। ਉਹ ਆਪਾਂ ਪਿੱਛੇ ਟੌਪਿਕ ਕੀਤਾ ਹੋਇਆ। ਹੁਣ ਉਸ ਤੋਂ ਬਾਅਦ ਟਰੈਵਲਿੰਗ ਵੇਵ ਦੀ ਜਗ੍ਹਾ ਤੇ ਦੂਜਾ ਵਰਡ ਆ ਗਿਆ ਸਟੈਂਡਿੰਗ ਵੇਵ ਜਾਂ ਸਟੇਸ਼ਨਰੀ ਵੇਵ। ਸਟੇਸ਼ਨਰੀ ਵੇਵ ਇਜ਼ ਨਥਿੰਗ ਬਟ ਇਟ ਇਜ਼ ਦਾ ਕੰਬੀਨੇਸ਼ਨ ਆਫ ਟੂ ਕਹਿੰਦਾ ਜੀ waves which should be of same amplitude, should be of same frequency, should be कहना जी traveling with the same time period and should be traveling with the same velocity। मतलब ਜਦੋਂ दो waves ठीक है which are to be traveling in two opposite direction, ਜਿਹੜੀ मेन condition standing wave ਨੂੰ ਬਣਾਉਣ ਲਈ ਹੋਏਗੀ ਉਹ ਚ ਇਹ ਹੋਏਗਾ ਕਿ ਦੋ waves ਜਿਹੜੀਆਂ ਨੇ ठीक है they are to be traveling in opposite direction, get overlap on one another, and when they get overlap on one another the condition is the two waves should be of the same amplitude, ठीक है, they should be of same frequency, they should be कहना जी traveling with the same velocity। सिर्फ एक ही condition कि they should travel in opposite direction, and when the two waves they get overlap on one another then crest of one wave always fall on trough of other, and it can trough of one wave always fall on the crest of other, due to which there are certain points in the medium ठीक है जी where resultant displacement is zero, and there are certain point on the string, there are certain points in the standing waves ठीक है जी where the particle are permanently at rest। ਅਸੀਂ ਦੋ ਵਰਡ ਯੂਜ਼ ਕੀਤੇ ਬੇਟਾ ਕਿ ਜਦੋਂ ਦੋ ਵੇਵ ਟ੍ਰੇਨ ਜਿਹੜੀਆਂ ਨੇ ਉਹ ਆਪੋਜ਼ਿਟ ਡਾਇਰੈਕਸ਼ਨ ਚੋਂ ਟਰੈਵਲ ਕਰਕੇ ਓਵਰਲੈਪ ਕਰਦੀਆਂ ਤੇ ਉਹਨਾਂ ਦੀ ਓਵਰਲੈਪਿੰਗ ਦੇ ਅੰਦਰ ਮੇਰੇ ਕੋਲ ਜਿਹੜੀ ਆ ਕਹਿੰਦਾ ਜੀ ਕੁਝ ਪੋਜੀਸ਼ਨਸ ਆਣੀਆਂ। ਇੱਕ ਪੋਜੀਸ਼ਨ ਆਏਗੀ where individual displacement is maximum but resultant displacement is zero, and certain other points are there where कहना जी as such where individual displacement is zero, है ना। रूपिका ठीक है जो करना कर बेटा। ਅਸੀਂ ਆ ਡਿਫਾਈਨ ਕਰਦੇ ਪਏ ਕਿ ਜਿੱਦਾਂ ਆ ਮੰਨ ਲਓ ਮੇਰੇ ਕੋਲ as such कहना जी कोई string given ਆ, ਅਸੀਂ ਕਹਿੰਦੇ ਇਸ string ਦੇ ਉੱਤੇ ਵੇਵ ਜਿਹੜੀਆਂ ਨੇ ਉਹ as such ਇੱਕ ਸਾਈਡ ਤੋਂ ਟਰੈਵਲ ਕਰਕੇ ਦੂਜੇ ਐਂਡ ਦੇ ਉੱਤੇ ਸਟ੍ਰਾਈਕ ਕਰਦੀਆਂ, ਦੂਜੇ ਐਂਡ ਤੋਂ ਰਿਫਲੈਕਟ ਬੈਕ ਹੋ ਕੇ ਕਹਿੰਦਾ ਜੀ ਵਾਪਸ ਆਉਂਦੀਆਂ। ਉਹਨੂੰ ਅਸੀਂ ਡਿਫਾਈਨ ਇਦਾਂ ਕਰ ਦਿੰਦੇ ਕਿ ਵੀ ਜੇ ਇਸ ਸਾਈਡ ਤੋਂ ਆ ਵੇਵਸ ਟਰੈਵਲ ਕਰਕੇ ਇਸ ਐਂਡ ਤੇ ਪਹੁੰਚਦੀਆਂ ਪਈਆਂ ਤੇ ਇਹਦੇ ਤੇ ਓਵਰਲੈਪ ਕਰਕੇ ਸੈਕੰਡ ਵੇਵ ਕੁਝ ਇਸ ਵੇ ਨਾਲ ਆ ਜਾਂਦੀਆਂ। ਹੁਣ ਜਦੋਂ ਇਹ ਦੋ ਵੇਵ ਟ੍ਰੇਨ ਆਪੋਜ਼ਿਟ ਡਾਇਰੈਕਸ਼ਨ ਚੋਂ ਟਰੈਵਲ ਕਰਕੇ ਇੱਕ ਰਿਫਲੈਕਟਡ ਵੇਵ ਹੋ ਗਈ, ਇੱਕ ਮੇਰੀ ਇਨਸੀਡੈਂਟ ਵੇਵ ਹੋ ਗਈ, ਔਰ ਜਦੋਂ ਇਨਸੀਡੈਂਟ ਤੇ ਰਿਫਲੈਕਟਡ ਵੇਵ ਜਿਹੜੀਆਂ ਸੇਮ ਐਂਪਲੀਟਿਊਡ ਦੀਆਂ ਨੇ ਠੀਕ ਹੈ ਜੀ ਜਦੋਂ ਓਵਰਲੈਪ ਕਰਦੀਆਂ ਤੇ ਬੇਟਾ ਆ ਪੁਆਇੰਟਸ ਨੇ ਜਿੱਥੇ ਇੰਡੀਵਿਜੂਅਲ ਡਿਸਪਲੇਸਮੈਂਟ ਇਹਨਾਂ ਦੀ ਅਸੀਂ ਕਹਿੰਦੇ ਜੀ ਮੈਕਸਿਮਮ ਆ, ਠੀਕ ਹੈ। ਇੱਥੇ ਦੋਨਾਂ ਪਾਰਟੀਕਲ ਦੀ ਕ੍ਰੈਸਟ ਤੇ ਟਰਫ ਜਿੱਥੇ ਓਵਰਲੈਪ ਹੋਏ ਆ ਇੰਡੀਵਿਜੂਅਲ ਡਿਸਪਲੇਸਮੈਂਟ ਦੋਨਾਂ ਵੇਵ ਦੀ ਮੈਕਸਿਮਮ ਆ ਔਰ ਇਕੁਅਲ ਆ, ਠੀਕ ਹੈ। ਤੇ ਜਦੋਂ ਇਹਨਾਂ ਦੋਨਾਂ ਦੀ ਇੰਡੀਵਿਜੂਅਲ ਡਿਸਪਲੇਸਮੈਂਟ ਦੇ ਕੋਰਸਪੋਂਡਿੰਗ ਆਪਾਂ ਰਿਜ਼ਲਟੈਂਟ ਡਿਸਪਲੇਸਮੈਂਟ ਦੇਖਾਂਗੇ ਤਾਂ ਅਸੀਂ ਕਹਿੰਦੇ ਜੀ ਇਹਨਾਂ ਦੀ ਰਿਜ਼ਲਟੈਂਟ ਡਿਸਪਲੇਸਮੈਂਟ ਇਸ ਪੁਆਇੰਟ ਤੇ ਜ਼ੀਰੋ ਹੋ ਗਈ, और आ पॉइंट्स ने जिथे इंडिविजुअल डिस्प्लेसमेंट जीरो आ ते वो कहता जी ਇਹਦਾ मतलब ये हो गया इस पूरे दे पूरी ਜਦੋਂ वेव्स ने एक दूजे ते ओवरलैप करना रिजल्टेंट वेव ਜਿਹੜੀ ਇਹਨਾਂ ਤੋਂ ਬੰਦੀ ਪਈ ਆ है ना ਉਹਨੂੰ ਅਸੀਂ ਨਾਮ ਦਵਾਂਗੇ ਉਹ ਮੇਰੀ ਸਟੈਂਡਿੰਗ ਜਾਂ ਸਟੇਸ਼ਨਰੀ ਵੇਵ ਆ। ਉਹਦਾ ਮਤਲਬ ਇਹ ਹੈ ਬੇਟਾ ਕਿ ਇੰਨੇ ਪੋਰਸ਼ਨ ਦੇ ਅੰਦਰ ਜਿਹੜੀ એનર્ਜੀ ਆ ਉਹ ਅੱਗੇ ਕਿਤੇ ਕਹਿੰਦਾ ਜੀ ਟਰੈਵਲ ਨਹੀਂ ਕਰਦੀ
वो इन्ने पोर्शन च ही कन्फाइंड रहिंदी है, क्योंकि स्टेशनरी हो गई इसलिए एनर्जी दी प्रोपेगेशन रुक जाएगी, ठीक है। और क्योंकि दोनों वेव सेम एंप्लीट्यूड दियां ने ते ओपोजिट डायरेक्शन तो ओवरलैप होईयां वा, इसलिए रिजल्टेंट डिस्प्लेसमेंट एट एवरी पॉइंट दैट कम आउट टू बी जीरो। ਤੇ ਫਿਰ ਇਹਨਾਂ ਤੋਂ ਬਣਨ ਵਾਲੀ ਵੇਵ ਜਿਹੜੀ ਆ ਆਪਾਂ ਇਦਾਂ ਕਹਿ ਸਕਦੇ ਕਿ ਰਿਜ਼ਲਟੈਂਟ ਵੇਵ ਜਿਹੜੀ ਇੱਕ ਤਰ੍ਹਾਂ ਮੇਰੀ ਆ ਸਟ੍ਰੇਟ ਲਾਈਨ ਹੀ ਰਹਿ ਗਈ, ਠੀਕ ਹੈ। ਰਿਜ਼ਲਟੈਂਟ ਵੇਵ ਮੇਰੀ ਸਟ੍ਰੇਟ ਲਾਈਨ ਰਹਿ ਗਈ, ਕਿਉਂਕਿ ਹਰ ਪੁਆਇੰਟ ਤੇ ਵੇਵ ਦਾ ਪਾਰਟ ਜਿਹੜਾ ਵਾ ਉਹ ਦੂਜੀ ਵੇਵ ਦੇ ਪਾਰਟ ਦੇ ਨਾਲ ਇਕੁਅਲੀ ਕੈਨਸਲ ਹੁੰਦਾ ਜਾਣਾ, ਠੀਕ ਹੈ। ਤੁਸੀਂ ਕਹਿੰਦੇ ਕਿ ਪਰ ਜਿਹੜੀ ਇਹਦੇ ਵਿੱਚ ਆਲਰੇਡੀ ਪਾਰਟੀਕਲ ਰੈਸਟ ਦੀ ਸਟੇਟ ਚ ਆ, ਯਾਨੀ ਜਿੱਦਾਂ ਆ ਪੁਆਇੰਟਸ ਨੇ, these points are to be called as the, ਇਹਨਾਂ ਨੂੰ ਅਸੀਂ ਨਾਮ ਦਵਾਂਗੇ ਇਹ ਨੋਡਸ ਨੇ। दो वर्ड ऐड करदा पिया, एक नोड की हुंदे ने, एक एंटी नोड की हुंदे ने, ठीक है। तो नोड वर्ड यूज होएगा जिथे इंडिविजुअल डिस्प्लेसमेंट पार्टिकल दी जीरो है, और एंटी नोड क्या जाएगा जिथे इंडिविजुअल डिस्प्लेसमेंट पार्टिकल दी मैक्सिमम है। ਇਹਦਾ मतलब अपने को दो पोजीशंस बनदियां स्ट्रिंग दे अंदर जगह जगह दे उत्ते, जिथे इंडिविजुअल डिस्प्लेसमेंट मैक्सिमम आ एंटी नोड्स आ गए, ठीक है। और जिथे मेरे को इंडिविजुअल डिस्प्लेसमेंट मैक्सिमम आ जीरो आ, ठीक है जी, वो मेरे नोड आ गए। ते असी आर्टिकल च ये फाइंड आउट करांगे स्ट्रिंग दे उत्ते किहड़ी-किहड़ी पोजीशंस आ जिथे नोड जिथे जिथे एंटी नोड्स बनदे आ। क्या आ चीज क्लियर है पहलों? Yes, sir. Yes, sir. Yes, sir. स्टैंडिंग और स्टेशनरी वेव दी डेफिनेशन जो आप एक्सप्लेन करते पे, क्या उन्ना समझ लग्या? Yes, sir. Yes, sir. करा कंटिन्यू के इन्ने च कुछ हैगा पहलो पूछन वाला? बेटे कंटिन्यू करा के कुछ हैगा किसी ने पूछना? Clear. चलो हुण ए तो अपना जिहड़ा टॉपिक बनाने लगे हैं, ठीक है जी, इसे जी नूं लैके अपना टॉपिक बन जाना स्टैंडिंग और स्टेशनरी वेव्स इन ए स्ट्रिंग। टॉपिक दे दो पार्ट आने हैं। पहला पार्ट होएगा कि भी फॉर्मेशन ऑफ स्टैंडिंग वेव दिखावो, ठीक है, कि स्टेशनरी वेव दी मैथमेटिकल इक्वेशन की बननी है वो अपने कोल शो ऑफ करो। फिर ओदे बिहाफ दे उत्ते असी उस तो अगले पोर्शन दे अंदर ये दसने आ स्ट्रिंग दे विच नोड ते एंटी नोड की जिहड़े बांधे पे ने हना वो किथे किथे बांधे पे ने, उस पोर्शन नूं असी नाम दवांगे मॉड ऑफ वाइब्रेशन, यानी मैथड ऑफ वाइब्रेशन ऑफ द स्ट्रिंग। स्ट्रिंग नूं मैं डिफरेंट मैथड दे नाल स्ट्रिंग नूं मैं डिफरेंट मैथड दे नाल वाइब्रेट करा सकदा। ਆਪਾਂ ਕਹਿੰਦੇ ਜੀ ਕੋਈ ਗਿਟਾਰ ਹੈਗੀ ਆ, ਗਿਟਾਰ ਦੀ ਸਟ੍ਰਿੰਗ ਕਿਸੇ ਇੱਕ ਪੁਆਇੰਟ ਤੋਂ ਪਲੱਗ ਕਰਾਂ ਸਾਊਂਡ ਵੇਵ ਹੋਰ ਤਰ੍ਹਾਂ ਦੀ ਪ੍ਰੋਡਿਊਸ ਹੋਏਗੀ, ਕਿਸੇ ਹੋਰ ਥਾਂ ਤੋਂ ਪਲੱਗ ਕਰਾਂ ਤੇ ਸਾਊਂਡ ਵੇਵ ਦੀ ਫ੍ਰੀਕੁਐਂਸੀ ਕੁਝ ਹੋਰ ਹੋ ਜਾਏਗੀ, ਹੈਨਾ। ਆਵਾਜ਼ ਉਹਦੇ ਚੋਂ ਤਰ੍ਹਾਂ ਤਰ੍ਹਾਂ ਦੀ ਆਵਾਜ਼ਾਂ ਨਿਕਲਦੀਆਂ ਡਿਪੈਂਡਿੰਗ ਕਿ ਤੁਸੀਂ ਸਟ੍ਰਿੰਗ ਕਿੱਥੋਂ ਪਲੱਗ ਕਰਦੇ ਪਏ, ਉਹਦੇ ਅਕੋਰਡਿੰਗਲੀ ਅਸੀਂ ਇਹਨੂੰ ਮੈਥਡ ਆਫ ਵਾਈਬ੍ਰੇਸ਼ਨਸ ਕਹਿੰਦੇ ਆ। ਅਸੀਂ ਉਹਨੂੰ ਬੋਲ ਦਾਂਗੇ ਮੋਡ ਆਫ ਵਾਈਬ੍ਰੇਸ਼ਨਸ ਕਿਹੜੇ ਕਿਹੜੇ ਆ, ਠੀਕ ਹੈ। ਉਹ ਇਹਦਾ ਸੈਕਿੰਡ ਪਾर्ट बन जाना, ठीक है। ते टॉपिक जदों आना पुत्र ये नहीं कि भी हाफ पार्ट आएगा हाफ नहीं, ये पूरे का पूरा इकट्ठा ही एक बार टॉपिक आना। सो पहला पोर्शन ओदे च स्टैंडिंग वेव आ, ਉਹ ਚ ਅਸੀਂ ਇਹ डिफाइन किया कि दो वेव्स ने ओवरलैप करना वा। ਜਦੋਂ दो वेव ओवरलैप करनी आ, एक ਉਹਨਾਂ ਵਿੱਚੋਂ इंसीडेंट वेव आ और एक ਉਹਨਾਂ ਵਿੱਚੋਂ रिफ्लेक्टेड वेव आ। और स्ट्रिंग ਜਿਹਦੇ ਵਿੱਚ ਮੇਰੀ स्ट्रिंग ਜਿਹੜੀ कंसीडर ਕਰਦੇ ਪਏ ਉਹ दो फिक्स्ड एंड ਦੇ ਵਿੱਚ ਅਸੀਂ बाइंड ਕੀਤੀ ਹੋਈ ਆ। पंजाबी च कहां ते रस्सी नूं दो एंड तो असीं बन्निया होया वा, ਇਹ ਮਤਲਬ दोनों एंड मेरे रिजिड एंड ने, ठीक है। ਜਦੋਂ दोनों एंड रिजिड ने ਉਹਦੇ ਨਾਲ ਕੀ ਹੋਏਗਾ ਉਹਦੀ ਗੱਲ ਨੂੰ ਸਮਝਿਓ। ਜਦੋਂ ਆਪਣੇ ਕੋਲ ਆ एंड x = 0 मीटर वाला हो गया, आ एंड x = l, मतलब l मीटर लॉन्ग ਆਪਾਂ ਸਟ੍ਰਿੰਗ ਲਿੱਤੀ ਆ, ਇਸ एंड ਨੂੰ ਉਹਦਾ 0 मीटर एंड ਗਿਣ ਲਿਆ, ਇੱਧਰ ਉਹਦਾ l मीटर एंड ਹੋ ਗਿਆ। ਹੁਣ ਜਦੋਂ ਇਹਦੇ ਵਿੱਚ ਮੈਂ ਵਾਈਬ੍ਰੇਸ਼ਨ ਪ੍ਰੋਡਿਊਸ ਕੀਤੀਆਂ, ਇਹਨੂੰ ਮੈਂ ਪਲੱਗ ਕਰਕੇ ਛੱਡਿਆ, ਹਨਾ, ਇਹਦੇ ਚ ਵਾਈਬ੍ਰੇਸ਼ਨ ਟਰੈਵਲ ਕਰਕੇ ਇਹਦੇ ਵਿੱਚ ਵਾਈਬ੍ਰੇਸ਼ਨ ਟਰੈਵਲ ਕਰਕੇ ਜਦੋਂ ਮੇਰੇ ਕੋਲ ਇਸ ਐਂਡ ਤੇ ਪਹੁੰਚਣੀ ਆ ਤੇ ਇੱਥੇ ਜਾ ਕੇ ਅਸੀਂ ਵਰਡ ਯੂਜ਼ ਕਰਦੇ ਕਿ ਸਟ੍ਰਿੰਗ ਦਾ ਜਿਹੜਾ ਅਦਰ ਐਂਡ ਹੈਗਾ ਉਹ ਫਿਕਸਡ ਐਂਡ ਆ, ਸਟ੍ਰਿੰਗ ਦਾ ਜਿਹੜਾ ਦੂਸਰਾ ਐਂਡ ਆਇਆ ਉਹ ਰਿਜਿਡ ਸਪੋਰਟ ਦੇ ਨਾਲ ਅਟੈਚ ਆ,
ਬੇਸਿਕਲੀ ਹੋਇਆ ਕਿ ਜਦੋਂ ਇਹਦੇ ਪਾਰਟੀਕਲ ਸਟ੍ਰਿੰਗ ਦੇ ਵਾਈਬ੍ਰੇਟ ਕਰਦੇ ਕਰਦੇ ਉਹ ਵਾਈਬ੍ਰੇਸ਼ਨ ਆ ਰਿਜਿਡ ਐਂਡ ਤੇ ਪਹੁੰਚੀਆਂ ਹਨਾ, ਤੇ ਰਿਜਿਡ ਐਂਡ ਨੂੰ ਜਦੋਂ ਇਸ ਸਟ੍ਰਿੰਗ ਨੇ એનર્ਜੀ ਟ੍ਰਾਂਸਫਰ ਕੀਤੀ ਤੇ ਉਸ એનર્ਜੀ ਦੇ ਨਾਲ ਐਸ ਸੱਚ ਇਸ ਰਿਜਿਡ ਐਂਡ ਦੇ ਯਾਨੀ ਵਾਲ ਦੇ ਮੋਲੀਕਿਊਲ ਦੇ ਉੱਤੇ ਨੇ ਫੋਰਸ ਲਗਾਈ। ਜਦੋਂ ਇਸ ਕਹਿੰਦਾ ਜੀ ਐਂਡ ਨੇ એનર્ਜੀ ਜਿਹੜੀ ਡਿਸਟਰਬੈਂਸ ਦੀ ਫਾਰਮ ਚ ਹੈਗੀ ਆ, ਜਦੋਂ ਉਸ એનર્ਜੀ ਦੀ ਹੈਲਪ ਨਾਲ ਸਟ੍ਰਿੰਗ ਦੇ ਮੋਲੀਕਿਊਲ ਨੇ ਵਾਲ ਦੇ ਮੋਲੀਕਿਊਲ ਦੇ ਉੱਤੇ ਕਹਿੰਦਾ ਜੀ ਐਸ ਸੱਚ ਫੋਰਸ ਲਗਾਈ ਹਨਾ, ਤੇ ਵਾਲ ਦਾ ਮੋਲੀਕਿਊਲ ਕਿਉਂਕਿ ਰਿਜਿਡ ਆ ਇਸ ਲਈ ਉਹਨੇ ਐਸ ਸੱਚ ਉਸ ਮੋਲੀਕਿਊਲ ਨੇ ਜਿਹੜੀ ਫੋਰਸ ਉਹਦੇ ਤੇ ਐਗਜ਼ਰਟ ਹੋਈ ਆ ਉਹਦੀ ਰਿਐਕਸ਼ਨਲ ਫੋਰਸ ਉਹਨੇ ਇਸ ਵੇ ਨਾਲ ਜਨਰੇਟ ਕੀਤੀ ਕਿ ਜਦੋਂ ਇਸ ਐਂਡ ਤੇ ਮੇਰੇ ਕੋਲ ਇੱਥੇ ਟਰਫ ਪਹੁੰਚਿਆ ਇਹਨੇ ਵਾਲ ਦੇ ਮੋਲੀਕਿਊਲ ਨੂੰ ਉੱਪਰ ਨੂੰ ਡਿਸਪਲੇਸ ਕਰਨ ਦੀ ਕੋਸ਼ਿਸ਼ ਕੀਤੀ, ਉਹਨੇ ਰਿਐਕਸ਼ਨਲ ਫੋਰਸ ਦੇ ਕੇ ਇਹਦੇ ਤੋਂ ਇਸ ਟਰਫ ਨੂੰ ਕ੍ਰੈਸਟ ਵਿੱਚ ਬਦਲ ਦਿੱਤਾ, ਤੇ ਜਦੋਂ ਇਹਨੇ ਇਸ ਐਂਡ ਨੂੰ ਕ੍ਰੈਸਟ ਬਣਾ ਕੇ ਇਧਰ ਨੂੰ ਸੈਂਡ ਕੀਤਾ ਤੇ ਇਹਦਾ ਮਤਲਬ ਇਹ ਹੋਇਆ ਕਿ ਵੇਵ ਜਿਹੜੀ ਟਰਫ ਦੀ ਫਾਰਮ ਚ ਸੀਗੀ ਉਹ ਪੁੱਠੀ ਹੋ ਗਈ, ਤੇ ਜਦੋਂ ਵੇਵ ਆਪਣੀ ओरिजिनल ਫੇਸ ਨੂੰ ਰਿਵਰਸ ਕਰ ਗਈ ਅਸੀਂ ਕਹਿੰਦੇ 180 ਡਿਗਰੀ ਦਾ ਫੇਜ਼ ਡਿਫਰੈਂਸ ਆ ਗਿਆ। ਇੱਕ ਤਾਂ ਵੇਵ ਵਾਪਸ ਮੁੜੀ ਆ, ਕੱਲ ਦਸੀਆਂ ਹੋਈਆਂ ਚੀਜ਼ਾਂ ਨੇ ਉਹੀ ਯੂਜ਼ ਕਰ ਰਿਹਾ, ਇੱਕ ਤਾਂ ਵੇਵ ਵਾਪਸ ਮੁੜੀ ਆ ਤੇ ਦੂਜਾ ਕ੍ਰੈਸਟ ਟਰਫ ਚ ਬਦਲ ਕੇ ਵਾਪਸ ਮੁੜੀ ਆ। ਇਹਦਾ ਮਤਲਬ ਇਹ ਹੋ ਗਿਆ ਰਿਫਲੈਕਟਡ ਵੇਵ ਦੇ ਅੰਦਰ ਦੋ ਚੇਂजेस ਆਈਆਂ, ਇੱਕ ਇਹਦਾ ਜੀ ਪੋਜ਼ਿਟਿਵ x ਦੀ ਥਾਂ ਤੇ ਨੈਗੇਟਿਵ x ਵੱਲੋਂ ਆ ਗਈ ਤੇ ਦੂਜਾ ਕ੍ਰੈਸਟ ਟਰਫ ਦੇ ਵਿੱਚ ਬਦਲ ਗਿਆ। ਇਹਨੂੰ ਮੈਥਮੈਟਿਕਲੀ ਅਸੀਂ ਕਿੱਦਾਂ ਲਿਖਦੇ, ਲੈਟ ਇਨਸੀਡੈਂਟ ਵੇਵ is represented by इंसिडेंट वेव की इक्वेशन दे दो r sin ओमेगा t माइनस kx, और जेडी वेव रिफ्लेक्ट बैक हुई है ठीक है, लेट रिफ्लेक्टेड वेव is given by रिफ्लेक्टेड वेव की इक्वेशन दईए r sin ओमेगा t माइनस k इंटू माइनस x प्लस 180 डिग्री। क्या आज चीज समझ लगी जो की थी? Yes, sir. इन्ना सारे नु क्लियर है? Yes, sir. चल ਹੁਣ ਇੱਥੇ ਕੰਡੀਸ਼ਨ ਲਾ ਕੇ ਚੱਲੀਏ ਤੇ ਆਪਣੇ ਕੋਲ ਪ੍ਰੋਪਰਟੀ ਆ ਜਾਂਦੀ ਆ we know that sin 180 plus theta ਹੋਏ ਕੀ ਲਿਖ ਸਕਦੇ ਆਪਾਂ ਇਹਨੂੰ Minus sin theta. ਮਾਈਨਸ sin theta, ਕਿਉਂਕਿ ਥਰਡ ਕੁਆਡਰੈਂਟ ਬਣ ਜਾਣਾ ਤੇ ਥਰਡ ਕੁਆਡਰੈਂਟ ਦੇ ਵਿੱਚ sin ਮਾਈਨਸ ਆ ਜਾਂਦਾ, ਸੋ sin 180 plus theta minus sin theta, sin 180 plus theta, ਇਹਦਾ ਮਤਲਬ ਆਪਣੇ ਕੋਲ ਜਿਹੜੀ ਇਕੁਏਸ਼ਨ y2 ਬਣੀ ਤੁਸੀਂ y2 ਨੂੰ ਇਸ ਵੇ ਨਾਲ ਲਿਖ ਦੋ r sin ओमेगा t plus kx ਤੇ ਜਿਹੜੀ ਮਾਈਨਸ ਉਹ ਆਪਾਂ ਇੱਥੇ ਅੱਗੇ ਲੈ ਲੈਂਦੇ ਆ ਮੇਰੇ ਕੋਲ ਇਕੁਏਸ਼ਨ 2 ਆ ਗਈ। ਇੱਕ ਮੇਰੀ ਇਨਸੀਡੈਂਟ ਵੇਵ ਦੀ ਇਕੁਏਸ਼ਨ ਆਈ, ਇੱਕ ਮੇਰੇ ਕੋਲ ਰਿਫਲੈਕਟਡ ਵੇਵ ਦੀ ਇਕੁਏਸ਼ਨ ਆਈ, ਤੇ ਸੁਪਰਪੋਜੀਸ਼ਨ ਪ੍ਰਿੰਸੀਪਲ ਇਹ ਕਹਿੰਦਾ ਕਿ ਵੀ ਹੁਣ ਇਹ ਦੋਨੇ ਵੇਵ ਇੱਕ ਦੂਜੇ ਤੇ ਓਵਰਲੈਪ ਹੋਈਆਂ, ਤੇ ਜਦੋਂ ਦੋਨੋਂ ਵੇਵ ਓਵਰਲੈਪ ਹੋਣੀਆਂ ਤੇ therefore ਆਪਣੇ ਕੋਲ ਕੀ ਆ ਜਾਏਗਾ ਅਕੋਰਡਿੰਗ ਟੂ ਸੁਪਰਪੋਜੀਸ਼ਨ ਪ੍ਰਿੰਸੀਪਲ y equal to y1 plus y2, मतलब दोनों वेव्स ਨੂੰ ओवरलैप कराना शुरू करो, मीन ਉਹਨੂੰ मैथमेटिकली दोनों वेव्स ਦੀ इक्वेशन ਨੂੰ ऐड करना शुरू करो। therefore ਆਪਣੇ ਕੋਲ इक्वेशन आ जाएगी r sin ओमेगा t minus kx प्लस करना सेकंड टर्म माइनस या ऐसा चला लो माइनस r sin ओमेगा t प्लस kx। क्या इतना क्लियर साਰਿਆਂ ਨੂੰ? Yes, sir. Yes, sir. Yes, sir. बड़े कैमरे में दोबारा ऑन Yes, sir. Yes, चलो Yes, sir. ਹੁਣ ਇਹਨੂੰ ਕੰਟੀਨਿਊ ਕਰੀਏ ਤੇ y ਇਕੁਅਲ ਟੂ ਆਪਾਂ ਇਹ ਚੋਂ -r ਪਹਿਲੇ ਕਾਮਨ ਰੱਖਣ ਲੱਗੇ, ਇੱਥੇ ਭਾਵੇਂ sin c sin d ਦਾ ਫਾਰਮੂਲਾ ਲਾ ਲਓ, ਮੈਂ ਸਟੈਪ ਉਹੀ ਸੇਮ ਬਣਾਉਣ ਲੱਗਿਆ ਵਾਂ ਜਿਹੜਾ ਤੁਹਾਨੂੰ ਤੁਹਾਡੀ ਬੁੱਕ 'ਚ ਮਿਲ ਜਵੇ। ਇੱਥੇ sin c sin d ਦਾ ਲਾ ਲਓ, ਭਾਵੇਂ ਜੇ sin c sin d ਲਾਣਾ ਤਾਂ ਭਾਵੇਂ ਉਹਨੂੰ ਲਾ ਲਓ, ਉਹਨੇ -r ਕਾਮਨ ਕੱਢ ਲਈ ਠੀਕ ਹੈ ਜੀ। ਤੇ ਆਹ ਟਰਮ ਮੇਰੇ ਕੋਲ ਜਿਹੜੀ sin ਓਮੇਗਾ t kx
ठीक है जी। ਤੇ ਇੱਥੇ ਆਪਣੇ ਕੋਲ ਆ ਜਾਊਗਾ माइनस ही आऊगा, माइनस आ जाऊगा साइन ऑफ ओमेगा टी माइनस के एक्स, माइनस माइनस प्लस आ जाएगा। इथे ला दो फॉर्मूला, वी नो दैट साइन सी माइनस साइन डी, कल दसिया होया फॉर्मूला वा की आएगा जी। मेडिकल वाला न्याणा बोले कोई, मेडिकल वाला न्याणा हाँ जी। हुण जदों आ सी प्लस, चलो एक स्टेप बढ़ा ही लो तुसी, आ जदों आपां पहले इत्थे एक बारी माइनस करना ओमेगा टी प्लस के एक्स, ये पूरी टर्म मेरी जिहड़ी एस सच कहंदा जी सी बन गई, माइनस इहदे विचों डी करना ओमेगा टी माइनस के एक्स, ठीक है जी, डिवाइडेड बाय 2, एक टर्म मेरे को आ वाली आ गई इनटू इदां ही अपने कोल मुड़ के cos वाले दे विच टर्म आनी है, cos दे विच आ जाएगा ओमेगा टी प्लस के एक्स, प्लस कराना है इहदे विच ओमेगा टी माइनस के एक्स ओवर 2, इना क्लियर है? Yes, sir. ਹੁਣ ਇਹਦੇ ਵਿੱਚੋਂ ਲਈਏ ਤੇ ਆਪਣੇ ਕੋਲ ਐਸ ਸੱਚ ਜਿਹੜੀ ਟਰਮ ਆ ਓਮੇਗਾ ਟੀ ਕੈਨਸਲ ਹੋਈ ਨਹੀਂ ਤੇ kx 2kx ਬਣ ਜਾਣਾ, 2kx/2 ਨਾਲ 2 ਕੱਟਿਆ ਜਾਣਾ, देयरफॉर ਆਪਣੇ ਕੋਲ y ਦੀ ਇਕੁਏਸ਼ਨ ਆ ਗਈ -r * 2 sin kx, 2 sin kx, और cos ਦੀ ਇਕੁਏਸ਼ਨ ਦੇ ਵਿੱਚੋਂ ਆਪਣਾ kx ਨੂੰ ਕੱਟਿਆ ਜਾਣਾ ਓਮੇਗਾ ਟੀ 2 ਓਮੇਗਾ ਟੀ ਡਿਵਾਈਡਡ ਬਾਈ 2, ਇਹਦਾ ਮਤਲਬ ਆਪਣੇ ਕੋਲ ਟਰਮ ਆ ਗਈ cos ऑफ ओमेगा टी। क्या इतना क्लियर है बच्चे? Yes, sir. Yes, sir. Therefore अपने को y दी इक्वेशन बन गई -2r * sin kx * cos ओमेगा टी। आ मेरी इक्वेशन 3 जेडी आ गई, ठीक है जी। हुन इत्थे तक एक बारी गल समझो, आपां इत्थे तक जो शो ऑफ कीता ओ च क्या कि भी दो वेव सीगियां y1 ते y2, जिन्हों से कहने ए ट्रैवलिंग वेव दी इक्वेशन आ आपा जेडी ड्राइव कीती हुई आ, y1 वाली भी ते y2 वाली इक्वेशन जेडी आ, दोनों दियां दोनों वेव्स नु सी क्या ट्रैवलिंग वेव आ, और दोनों ट्रैवलिंग वेव ओपोजिट डायरेक्शन चो ट्रैवल करके ओवरलैप होईयां वा, ते उन्हां दी ओवरलैपिंग नाल जेडी रिजल्टेंट इक्वेशन आई आ ਉਹਦੇ ਵਿੱਚ ਕਿਤੇ ਵੀ ਮੇਰੇ ਕੋਲ ਜਿਹੜੀ ਐਸ ਐਚ ਓਮੇਗਾ ਟੀ ਪਲੱਸ ਕੇ ਐਕਸ ओमेगा टी माइनस के एक्स इस टाइप दी कोई टर्म नहीं बनी, जिन्हों ट्रैवलिंग वेव कहने पे आ इक्वेशन 2 या ऊपर इक्वेशन 1 दी गल करिए, ਅਸੀਂ कहने ट्रैवलिंग वेव दी प्रॉपर्टी आ ਉਹ ਚ ओमेगा टी प्लस के एक्स या ओमेगा टी माइनस के एक्स वाला फॉर्मेशन आंदा वा, ਇਹਦੇ ਅੰਦਰ ਕਿਤੇ ਵੀ ओमेगा टी प्लस के एक्स या ओमेगा टी माइनस के एक्स वाली फॉर्मेशन नहीं आई, ਇਹਦਾ मतलब ਇਹ इक्वेशन ट्रैवलिंग वेव वाली इक्वेशन ਨਾਲ मैच नहीं करती, ठीक है। इस करके ਅਸੀਂ कहने कि ये एक न्यू टाइप दी वेव बनी आ, ये एक न्यू टाइप दी वेव बनी आ which is different from the traveling waves, ਤੇ ਜਿਹੜੀ न्यू टाइप दी वेव ਜਿਹੜੀ traveling wave ਤੋਂ different आई आ, ਇਹਨੂੰ ਅਸੀਂ ਨਾਮ ਦੇ ਦਿੰਨੇ ਕਿ ਇਹ ਮੇਰੇ ਕੋਲ ਐਸ ਸੱਚ ਮੇਰੀ ਜਿਹੜੀ ਆ ਉਹ ਕਹਿੰਦਾ ਸਟੇਸ਼ਨਰੀ ਵੇਵ ਜਾਂ ਸਟੈਂਡਿੰਗ ਵੇਵ ਦੀ ਇਕੁਏਸ਼ਨ ਬਣ ਗਈ, ਕਿਉਂਕਿ ਦੋ ਟਰੈਵਲਿੰਗ ਵੇਵ ਨੂੰ ਓਵਰਲੈਪ ਕਰਾ ਕੇ ਅਸੀਂ ਕਿਹਾ ਸੀ ਜੀ ਸਟੈਂਡਿੰਗ ਵੇਵ ਬਣਦੀ ਆ। ਅਸੀਂ ਦੋ ट्रैवलिंग वेव ਦੀਆਂ ਉੱਪਰ ਇਕੁਏਸ਼ਨਾਂ ਦਿੱਤੀਆਂ, ਉਹਨਾਂ ਨੂੰ ਓਵਰਲੈਪ ਕਰਾਇਆ, ਮੀਨ ਐਡ ਕਰਾਇਆ, ਰਿਜ਼ਲਟੈਂਟ ਇਕੁਏਸ਼ਨ ट्रैवलिंग वेव ਵਰਗੀ ਨਹੀਂ ਆਈ, ਤੇ ਇਸ ਲਈ ਅਸੀਂ ਕਹਿੰਦੇ ਜੀ ਦੋ ट्रैवलिंग वेव ਤੋਂ ਫਿਰ ਜਿਹੜੀ ਇਕੁਏਸ਼ਨ ਬਣੀ ਨਾ that is to be called as ਦਾ ਕਹਿੰਦਾ ਜੀ ਇਕੁਏਸ਼ਨ ਆਫ ਸਟੈਂਡਿੰਗ ਵੇਵ। ਇਹਦਾ ਮਤਲਬ ਆ ਮੇਰੀ ਸਟੈਂਡਿੰਗ ਵੇਵ ਦੀ ਇਕੁਏਸ਼ਨ ਆ ਗਈ। क्या ਇੰਨੀ ਗੱਲ ਪਹਿਲਾਂ ਕਲੀਅਰ ਆ? ओए इतना समय लग गया नियाने नूं? Yes, sir. Yes, sir. चल पुत जो बोलदा पिया ये ऐसा तुहानू थ्योरी दे वर्ड जेडे ने इस इक्वेशन तो बाद लिखे बुक च मिलणगे, ठीक है। इनू बुक दे विच एक बारी चंगी तरह बाद चो पढ़ जरूर लईओ, ठीक है। अगे कंटिन्यू करिया। हुण जेडी मेरे कोल इक्वेशन बन गई, अपनी ट्रैवलिंग वेव आवे भावें अपने कोल स्टेशनरी वेव आवे, वेव ते हैगी आ, ਤੇ ਜੇ ਵੇਵ ਹੈਗੀ ਆ ਤੇ ਉਸ ਵੇਵ ਦੀ ਮੇਰੇ ਕੋਲ ਇੱਕ ਸਟੈਂਡਰਡ ਇਕੁਏਸ਼ਨ ਵੀ ਹੋਊਗੀ। ਆਪਾਂ ਇਸ ਇਕੁਏਸ਼ਨ ਨੂੰ ਜੇ ਪੜਨਾ ਹੋਵੇ ਔਰ ਇਹਨੂੰ ਕੰਪੈਰੀਟਿਵ ਆਪਾਂ ਉੱਪਰ ਵਾਲੀ ਇਕੁਏਸ਼ਨਸ ਨਾਲ ਕਰਨਾ ਹੋਵੇ ਤੇ ਮੈਨੂੰ ਇਹ ਮਿਲਦਾ ਕਿ ਦੋਨਾਂ ਇਕੁਏਸ਼ਨਸ ਦੇ ਅੰਦਰ
ਦੋਨਾਂ ਇਕੁਏਸ਼ਨ ਦੇ ਅੰਦਰ ਇੱਕ ਟਰਮ ਡਿਸਪਲੇਸਮੈਂਟ ਦੀ ਸੀਗੀ, ਇਹਦੀ ਇੱਥੇ ਵੀ ਇੱਕ ਟਰਮ ਮੇਰੇ ਕੋਲ ਜਿਹੜੀ ਡਿਸਪਲੇਸਮੈਂਟ ਦੀ ਆ ਗਈ। ਉਸ ਤੋਂ ਬਾਅਦ ਇੱਥੇ r ਜਿਹੜਾ ਸੀਗਾ ਉਹ ਇੰਡੀਵਿਜੂਅਲ ਵੇਵ ਦੇ ਐਂਪਲੀਟਿਊਡ ਦੀ ਟਰਮ ਸੀਗੀ, ਠੀਕ ਹੈ। ਔਰ ਉਸ ਤੋਂ ਬਾਅਦ ਸਾਈਨ ਦੇ ਨਾਲ ਉਹਦਾ ਆਰਗੂਮੈਂਟ ਲੱਗਾ ਹੋਇਆ, ਜਿਹੜੀ ਸਾਈਨ ਦੇ ਨਾਲ ਉਹਦਾ ਐਂਗਲ ਲੱਗਿਆ ਹੋਇਆ। ਹੁਣ ਉਹ ਕਹਿੰਦਾ ਜਿਹੜੀ ਰਿਜ਼ਲਟੈਂਟ ਵੇਵ ਆਈ ਆ ਇਹਦਾ ਵੀ ਫਾਰਮੇਸ਼ਨ ਦੇ ਅੰਦਰ ਕੀ ਹੋਣਾ ਚਾਹੀਦਾ। ਅਸੀਂ ਕਹਿੰਦੇ ਕਿ ਵੀ ਜਦੋਂ ਮੇਰੇ ਕੋਲ ਦੋ ਵੇਵ ਓਵਰਲੈਪ ਕਰਦੀਆਂ ਹਨਾ, ਤੇ ਉਸ ਮੂਮੈਂਟ ਤੇ ਕਿਸੇ ਇੱਕ ਪੋਜੀਸ਼ਨ ਤੇ ਉਹਨਾਂ ਦਾ ਰਿਜ਼ਲਟੈਂਟ ਐਂਪਲੀਟਿਊਡ ਮੈਕਸਿਮਮ ਹੋ ਸਕਦਾ, ਕਿਸੇ ਇੱਕ ਪੋਜੀਸ਼ਨ ਤੇ ਰਿਜ਼ਲਟੈਂਟ ਐਂਪਲੀਟਿਊਡ 0 ਹੋ ਸਕਦਾ। ਆਪਾਂ ਜਿਹੜੀ ਵੇਵ ਦਿਖਾਈ ਆ ਉਹ ਚ ਦੋ ਕ੍ਰੈਸਟ ਤੇ ਟਰਫ ਓਵਰਲੈਪ ਹੋਇਆ, ਹੋ ਸਕਦਾ ਕ੍ਰੈਸਟ ਤੇ ਕ੍ਰੈਸਟ ਓਵਰਲੈਪ ਕਿਸੇ ਪੁਆਇੰਟ ਤੇ ਆਵੇ। ਜਿਹੜੇ ਪੁਆਇੰਟ ਤੇ ਰਿਜ਼ਲਟੈਂਟ ਐਂਪਲੀਟਿਊਡ ਮੈਕਸਿਮਮ ਹੋਇਆ, ਜਿਹੜੇ ਪੁਆਇੰਟ ਤੇ ਰਿਜ਼ਲਟੈਂਟ ਐਂਪਲੀਟਿਊਡ ਮਿਨੀਮਮ ਹੋਇਆ, ਮੈਂ ਪਹਿਲਾਂ ਵੀ ਗੱਲ ਕੀਤੀ ਸੀਗੀ, ਫਿਰ ਉਹੀ ਰਿਪੀਟ ਕਰਨ ਲੱਗਿਆ, ਗੱਲ ਥੋੜੀ ਧਿਆਨ ਨਾਲ ਸਮਝ ਲਿਓ। ਸੁਪਰਪੋਜੀਸ਼ਨ ਪ੍ਰਿੰਸੀਪਲ ਦੀ ਡਿਫਰੈਂਟ ਐਪਲੀਕੇਸ਼ਨਸ ਨੇ। ਸਟੈਂਡਿੰਗ ਵੇਵ ਦੇ ਅੰਦਰ ਅਸੀਂ ਪੁਆਇੰਟ ਲੱਭਦੇ ਪਏ ਕਿੱਥੇ ਇੰਡੀਵਿਜੂਅਲ ਡਿਸਪਲੇਸਮੈਂਟ ਮੈਕਸਿਮਮ ਆ ਤੇ ਕਿੱਥੇ ਇੰਡੀਵਿਜੂਅਲ ਡਿਸਪਲੇਸਮੈਂਟ ਮਿਨੀਮਮ ਆ। ਜੇ ਮੈਂ ਬੀਟ ਵਾਲਾ ਟੌਪਿਕ ਕਰੂੰਗਾ, ਮਿਊਜ਼ੀਕਲ ਬੀਟ ਵਾਲਾ, ਜਿੱਦਾਂ ਇਹ ਚ ਕੰਡੀਸ਼ਨ ਇਹ ਸੀਗੀ ਕਿ ਦੋ ਵੇਵ ਆਪੋਜ਼ਿਟ ਡਾਇਰੈਕਸ਼ਨ ਚੋਂ ਟਰੈਵਲ ਕਰਕੇ ਓਵਰਲੈਪ ਕਰਨ। ਬੀਟ ਵਾਲੇ ਕੇਸ ਦੇ ਅੰਦਰ ਅਸੀਂ ਡਿਫਾਈਨ ਕਰਾਂਗੇ ਦੋ ਵੇਵ ਸੇਮ ਡਾਇਰੈਕਸ਼ਨ ਚ ਟਰੈਵਲ ਕਰਕੇ ਓਵਰਲੈਪ ਕਰਨ। ਤੇ ਜਦੋਂ ਸੇਮ ਡਾਇਰੈਕਸ਼ਨ ਚ ਟਰੈਵਲ ਕਰਕੇ ਓਵਰਲੈਪ ਕਰਦੀਆਂ, ਇੱਕ ਵੇਵ ਦੇ ਕ੍ਰੈਸਟ ਦੇ ਉੱਤੇ ਦੂਜੀ ਵੇਵ ਦਾ ਕ੍ਰੈਸਟ ਆ ਸਕਦਾ, ਤੇ ਜਿੱਥੇ ਕ੍ਰੈਸਟ ਤੇ ਕ੍ਰੈਸਟ ਆਏਗਾ ਉੱਥੇ ਓਵਰਆਲ ਐਂਪਲੀਟਿਊਡ ਵੱਧ ਜਾਂਦਾ, ਜਿੱਥੇ ਕ੍ਰੈਸਟ ਤੇ ਟਰਫ ਆਂਦਾ ਉੱਥੇ ਓਵਰਆਲ ਐਂਪਲੀਟਿਊਡ ਘਟ ਜਾਂਦਾ, ਜਿੱਥੇ ਟਰਫ ਤੇ ਟਰਫ ਆਂਦਾ ਉੱਥੇ ਐਂਪਲੀਟਿਊਡ ਫੇਰ ਵੱਧ ਜਾਂਦਾ। ਕਿਆ ਇੰਨੀ ਗੱਲ ਸਮਝ ਲੱਗਦੀ ਪਈ? Yes, sir. Yes, sir. ਉਹੀ ਚੀਜ਼ ਆਪਾਂ ਹੁਣ ਜੇ ਇੱਥੇ ਗੱਲ ਕਰੀਏ, ਉਹ ਕਹਿੰਦਾ ਜੀ ਇਸ ਇਕੁਏਸ਼ਨ ਦੇ ਅੰਦਰ y ਡਿਸਪਲੇਸਮੈਂਟ ਦੀ ਟਰਮ ਆ, ਤੇ ਬੇਟੇ ਆ x ਜੇ ਮੈਂ ਲਵਾਂ, x ਮੇਰੇ ਕੋਲ ਕੀ ਸੀਗਾ, ਆਪਾਂ ਐਸਐਚ ਸਟ੍ਰਿੰਗ ਨੂੰ ਵਾਪਸ ਗਿਣੀਏ। ਤੁਸੀਂ ਕਿਹਾ ਸੀ ਸਟ੍ਰਿੰਗ ਦੇ ਤੁਸੀਂ ਐਸਐਚ ਆ 0 ਮੀਟਰ ਆ ਤੇ ਸਟ੍ਰਿੰਗ ਦਾ ਦੂਜਾ ਐਂਡ l ਮੀਟਰ ਤੇ ਆ। ਇਹਦਾ ਮਤਲਬ ਜਦੋਂ ਮੈਂ 0 ਮੀਟਰ ਤੋਂ l ਮੀਟਰ ਤੱਕ ਜਾਣਾ ਤੇ ਇਸ ਰੱਸੀ ਦੇ ਉੱਤੇ, ਇਸ ਸਟ੍ਰਿੰਗ ਦੇ ਉੱਤੇ x ਦੀਆਂ ਡਿਫਰੈਂਟ ਪੋਜੀਸ਼ਨਸ ਆਣਗੀਆਂ। Yes, sir. ਇਹਦਾ ਮਤਲਬ ਮੇਰਾ x ਜਿਹੜਾ ਹੋ ਗਿਆ ਉਹ ਇੱਕ ਵੇਰੀਏਬਲ ਹੋ ਗਿਆ। ਜੇ ਮੈਂ ਆਹ ਪੁਆਇੰਟ ਤੇ ਆ ਜਾ ਤੇ ਇੱਥੇ x ਜਦੋਂ ਆਹ ਡਿਸਟੈਂਸ x ਦੀ ਵੈਲਿਊ ਇੰਨੀ ਹੋਏਗੀ ਹਨਾ, ਇੱਥੇ ਤੱਕ x ਮੈਂ ਚੱਲਾਂ ਤੇ ਇਸ ਮੂਮੈਂਟ ਤੇ ਮੇਰੇ ਕੋਲ ਇੰਡੀਵਿਜੂਅਲ ਡਿਸਪਲੇਸਮੈਂਟ ਜਿਹੜੀ y ਐਕਸਿਸ ਦੇ ਅਲੋਂਗ 0 ਆ, ਠੀਕ ਹੈ। ਜੇ ਮੈਂ ਆਹ ਪੁਆਇੰਟ ਤੱਕ ਦਾ x ਗਿਣਾ, ਮਤਲਬ x ਇੱਥੇ ਤੱਕ ਦਾ ਡਿਸਟੈਂਸ ਹੋਵੇ ਤੇ ਇੱਥੇ ਇੰਡੀਵਿਜੂਅਲ ਡਿਸਪਲੇਸਮੈਂਟ ਮੇਰੀ ਜਿਹੜੀ ਉਹ ਮੈਕਸਿਮਮ ਆ। ਇਹਦਾ ਮਤਲਬ y ਦੀ ਵੈਲਿਊ ਮੈਕਸਿਮਮ ਆ, y ਦੀ ਵੈਲਿਊ ਮਿਨੀਮਮ ਆ, ਤੇ ਵੀ ਡਿਪੈਂਡ ਅਪਨ ਦਾ ਪੋਜੀਸ਼ਨ ਆਫ x। ਕੀ ਆ ਲਾਈਨ ਸਮਝ ਲੱਗੀ? Yes, sir. ਬੇਟੇ ਰਿਸਪੌਂਸ ਇੰਨਾ ਭੈੜਾ ਕਰਦੇ ਪਏ ਹੋ ਨਾ, ਜੇ ਡਾਊਟ ਆ ਤੇ ਜ਼ਰੂਰ ਪੁੱਛੋ। ਮੈਂ ਇੱਕ ਵਰਡ ਤੇ ਰੁਕਦਾ ਪਿਆ ਕਿ ਵੀ ਤੁਹਾਨੂੰ ਇੱਕ ਟੌਪਿਕ ਜਿਹੜਾ ਵਾ ਉਹ ਪ੍ਰੋਪਰ ਵੇ ਨਾਲ ਪਹਿਲਾਂ ਸਮਝਾਵਾਂ ਤਾਂ ਕਿ ਤੁਹਾਨੂੰ ਇਹਦੇ ਵਿੱਚ ਕਿਤੇ ਡਾਊਟ ਨਾ ਰਹਿ ਜੇ, ਔਰ ਤੁਹਾਡੇ ਵੱਲੋਂ ਰਿਸਪੌਂਸ ਐਨੀਗਾ। ਕਿ ਇੰਨੀ ਗੱਲ ਸਮਝ ਲੱਗਦੀ ਵਿੱਚੋਂ ਦੱਸਦਾ ਪਿਆ? Yes, sir. Yes, sir. Yes, sir. ਹੁਣ ਜੇ ਮੈਂ ਇਸ ਟਰਮ ਨੂੰ ਬਣਾਣਾ ਨਾ, ਇਹਦੇ ਅੰਦਰ x ਦੀ ਵੈਲਿਊ ਜਦੋਂ ਕਿਤੇ x ਦੀ ਵੈਲਿਊ ਕੁਝ ਇਸ ਵੇ ਨਾ ਆਏਗੀ ਕਿ ਡਿਸਪਲੇਸਮੈਂਟ ਮੈਕਸਿਮਮ ਹੋ ਜਾਏ, ਠੀਕ ਹੈ। ਇਹਦਾ ਮਤਲਬ ਐਂਪਲੀਟਿਊਡ ਦੀ ਵੈਲਿਊ ਮੈਕਸਿਮਮ ਆ ਜਾਏ, ਠੀਕ ਹੈ। x ਦੀ ਕੁਝ ਇਦਾਂ ਦੀ ਵੈਲਿਊ ਆਏਗੀ ਜਦੋਂ ਡਿਸਪਲੇਸਮੈਂਟ 0 ਆ ਜਾਏ। ਇਹਦਾ ਮਤਲਬ ਇਹ ਹੋਇਆ ਕਿ ਜਿਹੜੀ ਦੋ ਵੇਵ ਨੂੰ ਮਿਲਾ ਕੇ ਰਿਜ਼ਲਟੈਂਟ ਵੇਵ ਬਣੀ ਹੈ ਨਾ, ਉਹਦਾ ਐਂਪਲੀਟਿਊਡ ਜਿਹੜਾ ਹੋਏਗਾ ਉਹ x ਦੇ ਉੱਤੇ ਡਿਪੈਂਡੈਂਟ ਆ। ਤੇ ਜੇ x ਦੇ ਉੱਤੇ ਡਿਪੈਂਡੈਂਟ ਆ ਤੇ ਇਧਰੋਂ r, ਠੀਕ ਹੈ, 2 ਤੇ sin kx, ਆ ਇੰਨੀ ਟਰਮ ਜਿਹਨੂੰ ਅੰਡਰਲਾਈਨ ਕਰਦਾ ਪਿਆ, ਆ ਇੰਨੀ ਟਰਮ ਮੇਰੀ ਨਵੀਂ ਬਣੀ ਵੇਵ ਦਾ ਐਂਪਲੀਟਿਊਡ ਨੂੰ ਡਿਸਾਈਡ ਕਰਨ ਵਾਲੀ ਟਰਮ ਬਣ ਜਾਏਗੀ। ਯਾਨੀ ਆਪਾਂ ਇਹਦੇ ਚ 2r ਇੰਡੀਵਿਜੂਅਲ ਵੇਵ ਦਾ ਐਂਪਲੀਟਿਊਡ ਸੀਗਾ, ਤੇ ਜਿਹੜੀ ਦੋਨਾਂ ਵੇਵ ਨੂੰ ਮਿਲਾ ਕੇ ਨਵੀਂ ਵੇਵ ਬਣੀ ਆ ਉਹਦਾ ਐਂਪਲੀਟਿਊਡ ਜਿਹੜਾ ਸੀ SH2r sin kx, ਜਿਹੜੀ ਸਾਰੀ ਟਰਮ ਆਈ ਆ ਇਹਦੇ ਨਾਲ ਰਿਜ਼ਲਟੈਂਟ ਵੇਵ ਦਾ ਐਂਪਲੀਟਿਊਡ ਡਿਸਾਈਡ ਕਰਨ ਲੱਗੇ ਆ। ਇੰਨੀ ਗੱਲ ਸਮਝ ਲੱਗੀ? Yes, sir. Yes, sir. ਕਰੀਏ ਤੇ ਆਪਾਂ ਇੱਥੇ ਆ ਡਿਫਾਈਨ ਕਰ ਰਹੇ ਪੁੱਟ 2r into sin kx, ਇਹਨੂੰ ਮੰਨ ਲਓ ਆਪਾਂ a ਲਿਖ ਦਿੰਨੇ ਆ, ਫਿਰ a ਮੇਰੇ ਕੋਲ ਕੀ ਹੋਏਗਾ
ਆਪਾਂ ਕਹਿੰਦੇ ਜੀ ਐਂਪਲੀਟਿਊਡ ਆਫ ਦਾ ਰਿਜ਼ਲਟੈਂਟ ਵੇਵ। ਜਿਹੜੀ ਦੋ ਵੇਵ ਨੂੰ ਮਿਲਾ ਕੇ ਰਿਜ਼ਲਟੈਂਟ ਵੇਵ ਬਣੀ ਆ, ਉਸ ਰਿਜ਼ਲਟੈਂਟ ਵੇਵ ਦੇ ਐਂਪਲੀਟਿਊਡ ਨੂੰ ਆਪਾਂ a ਮੰਨਦੇ ਪਏ, ਔਰ x ਦੀ ਵੈਲਿਊ ਇੱਥੇ ਡਿਫਰੈਂਟ ਪੁੱਟ ਕਰਕੇ ਮੇਰੇ ਕੋਲ ਐਂਪਲੀਟਿਊਡ ਦੀਆਂ ਡਿਫਰੈਂਟ ਵੈਲਿਊਜ਼ ਬਣਨੀਆਂ। ਜਿਹੜੀ ਮੇਰੀ ਹੁਣ ਅਗਲੀ ਲਾਈਨ ਫੇਰ ਸਮਝਿਓ ਧਿਆਨ ਨਾਲ, ਜਿਹੜੀਆਂ ਮੇਰੀਆਂ ਦੋ ਟਰੈਵਲਿੰਗ ਵੇਵਸ ਨੇ, ਉਹਨਾਂ ਦੇ ਐਂਪਲੀਟਿਊਡ ਫਿਕਸ ਵਾ, ਇਹਨਾਂ ਦੇ ਅੰਦਰ ਐਂਪਲੀਟਿਊਡ r ਰਹਿ ਰਿਹਾ, ਇਹ ਚੇਂਜ ਨਹੀਂ ਹੋ ਰਿਹਾ। ਪਰ ਜਿਹੜੀ ਨਵੀਂ ਬਣੀ ਵੇਵ ਆ ਹਨਾ, ਉਸ ਵੇਵ ਨੂੰ ਜਿਹਨੂੰ ਟਰੈਵਲਿੰਗ ਵੇਵ ਨਹੀਂ ਆਪਾਂ ਸਟੈਂਡਿੰਗ ਵੇਵ ਕਹਿੰਦੇ ਪਏ, ਉਸ ਨਵੀਂ ਬਣੀ ਵੇਵ ਦਾ ਸਟੈਂਡਿੰਗ ਵੇਵ ਦਾ ਐਂਪਲੀਟਿਊਡ ਜਿਹੜਾ ਉਹ ਚੇਂਜ ਹੁੰਦਾ ਵਾ। ਸਟ੍ਰਿੰਗ ਦੇ ਕਿਸੇ ਪੁਆਇੰਟ ਤੇ ਸਟੈਂਡਿੰਗ ਵੇਵ ਦਾ ਐਂਪਲੀਟਿਊਡ ਮੈਕਸਿਮਮ ਆ, ਕਿਸੇ ਪੁਆਇੰਟ ਤੇ ਸਟੈਂਡਿੰਗ ਵੇਵ ਦਾ ਐਂਪਲੀਟਿਊਡ ਮੇਰੇ ਕੋਲ ਮਿਨੀਮਮ ਆਂਦਾ, ਜਦ ਕਿ ਇੰਡੀਵਿਜੂਅਲ ਵੇਵ ਦੇ ਐਂਪਲੀਟਿਊਡ ਜਿਹੜੇ ਉਹ ਮੇਰੇ ਫਿਕਸ ਹੈਗੇ ਆ। ਕਿ ਇੰਨੀ ਗੱਲ ਸਮਝ ਲੱਗੀ? Yes, sir. Yes, sir. ਚਲ ਹੁਣ ਇਹਦੇ ਬਿਹਾਫ Yes, ਤੇ sir. ਗੱਲ ਆਪਾਂ ਕੰਟੀਨਿਊ ਕਰਾਂ। ਜਿੰਨੀ ਪੁੱਤ ਮੈਂ ਥਿਉਰੀ ਬੋਲੀ, ਮੈਂ ਬਾਰ-ਬਾਰ ਕਹਿ ਰਿਹਾ ਬੁੱਕ ਦੇ ਵਿੱਚੋਂ ਇੱਕ ਵਾਰੀ ਟੌਪਿਕ ਖਤਮ ਹੋਣ ਤੋਂ ਬਾਅਦ ਪੜ੍ਹ ਜ਼ਰੂਰ ਲਈਓ, ਤੁਹਾਨੂੰ ਸੌਖਾ ਲੱਗੇਗਾ, ਉਸ ਤੋਂ ਬਾਅਦ ਸਮਝਣਾ ਫਿਰ ਔਖਾ ਨਹੀਂ ਕਰੇਗਾ ਟੌਪਿਕ। ਹੁਣ ਇਹਦੇ ਅੰਦਰ ਆਪਾਂ ਅੱਗੇ ਗੱਲ ਕੰਟੀਨਿਊ ਹੁਣ ਇੱਥੋਂ ਕਰਨੀ। ਇੱਕ ਪਾਰਟ ਆਪਣਾ ਜਿਹੜਾ ਸਟੈਂਡਿੰਗ ਵੇਵ ਦੀ ਫਾਰਮੇਸ਼ਨ ਕਰਨੀ ਉਹ ਹੋ ਗਈ। ਹੁਣ ਆਪਾਂ ਇਹਦੇ ਅੰਦਰ ਕੰਡੀਸ਼ਨ ਲੈਣੇ ਐਟ ਵਨ ਐਂਡ ਆਫ ਸਟ੍ਰਿੰਗ। ਸਟ੍ਰਿੰਗ ਦੇ ਦੋ ਐਂਡ ਵਾ, ਆਪਾਂ ਉਹਦੀਆਂ ਦੋ ਕੰਡੀਸ਼ਨ ਲੈਣੀਆਂ, ਇੱਕ ਵਾਰੀ x0 ਨਾਲ, ਇੱਕ ਵਾਰੀ xl ਦੇ ਨਾਲ। ਠੀਕ ਹੈ, ਆਪਾਂ ਕਹਿੰਦੇ ਜੀ ਐਟ ਵਨ ਐਂਡ ਆਫ ਦਾ ਸਟ੍ਰਿੰਗ x0 ਆ, ਤੇ ਜੇ x ਇੱਥੇ ਮੈਂ 0 ਪੁੱਟ ਕਰਕੇ ਚੱਲਾਂ, x0 ਦਾ ਮਤਲਬ ਇਹ ਹੋਏਗਾ sin 0, sin 0 0 ਹੁੰਦਾ, ਔਰ sin 0 0 ਕਰਕੇ ਹੋਲ ਟਰਮ 0 ਆਜੂ। Yes, sir. So Yes. x0 तो therefore x0 करके y0 बनेगा। हाँ जी, sir. Yes, sir. ਤੇ ਜੇ ਮੇਰੇ ਕੋਲ y0 ਆ, ਜੇ ਮੇਰੇ ਕੋਲ y0 ਆ ਤੇ y0 ਦਾ ਮਤਲਬ ਇਹ ਹੋ ਗਿਆ ਕਿ y ਐਕਸਿਸ ਤੇ ਕੋਈ ਡਿਸਪਲੇਸਮੈਂਟ ਨਹੀਂ ਹੋਏਗੀ, ਤੇ ਜਿਹੜੇ ਪੁਆਇੰਟ ਤੇ ਡਿਸਪਲੇਸਮੈਂਟ 0 ਹੋਵੇ ਅਸੀਂ ਉਸ ਪੁਆਇੰਟ ਦਾ ਨਾਮ ਨੋਡ ਰੱਖਾਂਗੇ। Yes, sir. ਮੈਂ ਦੋ ਵਰਡ ਬੋਲੇ ਸੀ, ਨੋਡ ਤੇ ਐਂਟੀ ਨੋਡ। ਨੋਡ ਉਸ ਪੁਆਇੰਟ ਨੂੰ ਕਵਾਂਗੇ ਜਿੱਥੇ ਡਿਸਪਲੇਸਮੈਂਟ 0 ਆ, ਐਂਟੀ ਨੋਡ ਉਸ ਪੁਆਇੰਟ ਨੂੰ ਕਵਾਂਗੇ ਜਿੱਥੇ ਇੰਡੀਵਿਜੂਅਲ ਡਿਸਪਲੇਸਮੈਂਟ ਮੈਕਸਿਮਮ ਆ। ਤੇ ਮੈਨੂੰ ਹੁਣ ਇਹ ਮਿਲਿਆ ਕਿ ਜਦੋਂ ਵੀ ਸਟੈਂਡਿੰਗ ਵੇਵ ਫਾਰਮ ਹੋਣਗੀਆਂ ਤੇ ਹਮੇਸ਼ਾ 0 ਐਂਡ ਦੇ ਉੱਤੇ ਨੋਡ ਬਣਨਾ ਵਾ, ਮਤਲਬ ਇਸ ਐਂਡ ਦੇ ਉੱਤੇ ਕਦੀ ਵੀ ਐਂਟੀ ਨੋਡ ਨਹੀਂ ਆਏਗਾ, ਇਹਦੇ ਆ 0 ਐਂਡ ਦੇ ਉੱਤੇ ਹਮੇਸ਼ਾ ਮੇਰੇ ਕੋਲ ਨੋਡ ਹੀ ਬਣੇਗਾ। ਕੀ ਇੰਨੀ ਗੱਲ ਕਲੀਅਰ ਆ? Yes, sir. ਚਲ ਯਾਨੀ ਆਪਾਂ ਇਹਨੂੰ ਡਿਫਾਈਨ ਕਰ ਦਈਏ ਤੇ ਆਪਣੇ ਕੋਲ ਹੁਣ ਇੱਥੇ ਕੰਡੀਸ਼ਨ ਲਿਖ ਦਾਂਗੇ that is a node is formed at origin। ਮਤਲਬ ਜਿੱਥੋਂ ਸ਼ੁਰੂ ਕੀਤਾ ਉੱਥੇ ਸਭ ਤੋਂ ਪਹਿਲਾਂ ਨੋਡ ਬਣਨਾ। ਠੀਕ ਹੈ ਜੀ, ਹੁਣ ਦੂਸਰੇ ਐਂਡ ਤੇ ਚੱਲਦੇ ਹਾਂ। ਜਦੋਂ x = 0 ਦੀ ਥਾਂ ਤੇ ਆਪਾਂ ਸਟ੍ਰਿੰਗ ਦੇ ਦੂਜੇ ਐਂਡ ਤੇ ਪਹੁੰਚਾਂਗੇ ਉੱਥੇ xl ਬਣ ਜਾਏਗਾ। Yes, sir. Yes, sir. Yes, sir. चलो हुन अपनी सेकंड इक्वेशन ये बननी है at other end of string, at other end of string put x = l। ਤੇ ਜੇ ਮੈਂ y ਵਾਲੀ ਜਿਹੜੀ ਇਕੁਏਸ਼ਨ ਬਣਾਈ ਆ ਉਹ ਚੋਂ x ਦੀ ਥਾਂ ਤੇ l ਪੁੱਟ ਕਰ ਦਵਾਂ ਤੇ ਆਪਣੀ ਕੰਡੀਸ਼ਨ ਕੀ ਆ? therefore y = -2r into sin of k into cos of omega t। k into x ਸੀਗਾ, x ਦੀ ਥਾਂ ਤੇ ਆਪਾਂ l ਲਿਖ ਦਿੰਨੇ। ਹੁਣ ਆਹ ਗੱਲ ਧਿਆਨ ਨਾਲ ਸਮਝ ਲਿਓ ਜੋ ਦੱਸਣ ਲੱਗਿਆ। ਜਿਹੜਾ ਅਗਲਾ ਟੌਪਿਕ ਆ ਨਾ ਸਟੈਂਡਿੰਗ ਵੇਵ ਇਨ ਕਲੋਜ਼ਡ ਆਰਗਨ ਪਾਈਪ, ਇੱਥੇ ਤੱਕ ਦੀ ਡੈਰੀਵੇਸ਼ਨ ਚ ਇੱਕ ਅੱਖਰ ਵੀ ਨਹੀਂ ਬਦਲਣਾ। ਜੋ ਕੀਤਾ ਹੁਣ ਤੱਕ ਡਿਟੋ ਵਰਡ ਚ ਇੰਨੀ ਡੈਰੀਵੇਸ਼ਨ ਸੇਮ ਰਹਿਣੀ ਆ। ਇੱਥੇ ਜਾ ਕੇ ਉੱਚ ਕੰਡੀਸ਼ਨ ਬਦਲ ਜਾਣੀ ਆ। ਜਦੋਂ ਕਲੋਜ਼ਡ ਆਰਗਨ ਪਾਈਪ ਆ, ਜਦੋਂ ਓਪਨ ਆਰਗਨ ਪਾਈਪ ਆ, ਇੱਥੇ ਤੱਕ ਦੀ ਡੈਰੀਵੇਸ਼ਨ ਇੱਕ ਤਰ੍ਹਾਂ ਸੇਮ ਆ। ਕਲੋਜ਼ ਦੀ ਤੇ ਖਾਸ ਕਰਕੇ ਇਹੀ ਸੇਮ ਡੈਰੀਵੇਸ਼ਨ ਆਪਾਂ ਦੁਬਾਰਾ ਤਾਰਨੀ ਹੁੰਦੀ ਆ। ਠੀਕ ਹੈ, ਇੱਥੇ ਜਾ ਕੇ ਜਦੋਂ x = l ਭਰਾਂਗੇ, ਇਹ ਸਟ੍ਰਿੰਗ ਵਾਲਾ ਟੌਪਿਕ ਹੋਇਆ, ਤੇ ਜੇ ਕਲੋਜ਼ਡ ਆਰਗਨ ਪਾਈਪ ਵਾਲਾ ਹੋਇਆ, ਇਸ ਤੋਂ ਅਗਲਾ ਸਟੈਪ ਦੋਨਾਂ 'ਚ ਬਦਲ ਜਾਂਦਾ। ਯਾਨੀ ਇਸ ਤੋਂ ਅਗਲੇ ਸਟੈਪ ਤੋਂ ਤੁਸੀਂ ਚੇਂਜ ਕਰਨਾ, ਇੱਥੇ ਤੱਕ ਕੁਝ ਚੇਂਜ ਨਹੀਂ ਹੋਏਗਾ ਬੇਟਾ। ਇੰਨੀ ਗੱਲ ਸਮਝ ਲੱਗ ਰਹੀ?
Yes, sir. Yes, sir. ਹੁਣ ਜਦੋਂ ਅਸੀਂ ਸਟ੍ਰਿੰਗ ਦੇ ਦੂਜੇ ਐਂਡ ਤੇ ਪਹੁੰਚੇ, L ਮੀਟਰ ਲੌਂਗ ਜਿਹੜਾ ਦੂਸਰਾ ਐਂਡ ਹੈਗਾ, ਆਪਾਂ ਦੂਸਰੇ ਐਂਡ ਤੇ ਆ ਗਏ। ਇੱਥੇ ਵਰਡ ਕੀ ਬੋਲਾ ਹੁਣ ਅਸੀਂ ਕਹਿੰਨੇ ਕਿ ਵੀ ਐਸ ਦਾ ਅਦਰ ਐਂਡ ਆਫ ਦਾ ਸਟ੍ਰਿੰਗ ਇਜ਼ ਆਲਸੋ ਅਟੈਚਡ ਵਿਦ ਦਾ ਰਿਜਿਡ ਸਪੋਰਟ। ਜਿਹੜਾ ਸਟ੍ਰਿੰਗ ਦਾ ਦੂਜਾ ਐਂਡ ਆ ਉਹ ਰਿਜਿਡ ਸਪੋਰਟ ਨਾਲ ਅਟੈਚ ਆ। ਰਿਜਿਡ ਸਪੋਰਟ ਨਾਲ ਅਟੈਚ ਹੋਣ ਦਾ ਮਤਲਬ ਇਹ ਹੋਏਗਾ ਕਿ ਇਸ ਐਂਡ ਤੇ ਜਦੋਂ ਵੇਵ ਪਹੁੰਚ ਕੇ ਇਹ ਵਾਲ ਦੇ ਮੋਲੀਕਿਊਲ ਨੂੰ ਡਿਸਪਲੇਸ ਕਰਨਾ ਚਾਹ ਰਹੀ ਆ, ਹਨਾ, ਤੇ ਵਾਲ ਦਾ ਮੋਲੀਕਿਊਲ ਆਪਣੀ ਥਾਂ ਤੋਂ ਹਿੱਲਣਾ ਨਹੀਂ ਕਿਉਂਕਿ ਉਹ ਰਿਜਿਡ ਐਂਡ ਹੈਗਾ। ਇਹਦਾ ਮਤਲਬ ਹੋ ਗਿਆ ਇੱਥੇ ਜਾ ਕੇ ਡਿਸਪਲੇਸਮੈਂਟ ਜਿਹੜੀ ਹੋਏਗੀ ਉਹ ਜ਼ੀਰੋ ਹੋ ਜਾਣੀ। ਭਾਵੇਂ ਕ੍ਰੈਸਟ ਇਸ ਐਂਡ ਤੇ ਪਹੁੰਚੇ ਸਟੈਂਡਿੰਗ ਆਪਣੇ ਕੋਲ ਟਰੈਵਲਿੰਗ ਵੇਵ ਦਾ, ਇਨਸੀਡੈਂਟ ਵੇਵ ਦਾ, ਭਾਵੇਂ ਟਰੱਪ ਪਹੁੰਚੇ, ਉਹਨੇ ਜਦੋਂ ਵਾਲ ਦੇ ਮੋਲੀਕਿਊਲ ਨੂੰ ਹਿਲਾਉਣ ਦੀ ਕੋਸ਼ਿਸ਼ ਕਰਨੀ ਆ ਤੇ ਵਾਲ ਦਾ ਮੋਲੀਕਿਊਲ ਰਿਜਿਡ ਆ, ਤੇ ਵਾਲ ਰਿਜਿਡ ਹੋਣ ਕਰਕੇ ਵਾਲ ਦਾ ਮੋਲੀਕਿਊਲ ਆਪਣੀ ਥਾਂ ਤੋਂ ਡਿਸਪਲੇਸ ਨਹੀਂ ਹੁੰਦਾ। ਤੇ ਜੇ ਉਹ ਆਪਣੀ ਥਾਂ ਤੋਂ ਡਿਸਪਲੇਸ ਨਹੀਂ ਹੁੰਦਾ ਤੇ ਇਹਦਾ ਮਤਲਬ ਉਸ ਐਂਡ ਤੇ ਹਮੇਸ਼ਾ ਡਿਸਪਲੇਸਮੈਂਟ ਜ਼ੀਰੋ ਹੋਏਗੀ। ਕੀ ਆ ਗੱਲ ਸਮਝ ਲੱਗੀ? Yes, sir. Yes, sir. ਆਪਾਂ ਇਦਾਂ ਲਿਖ ਦਿੰਨੇ ਐਜ਼ ਅਦਰ ਐਂਡ ਆਫ ਸਟ੍ਰਿੰਗ, as other end of string is attached to rigid support, ठीक है, therefore उस एंड ते डिस्प्लेसमेंट मेरी जीरो आ, यानी y दी वैल्यू मेरी जीरो आएगी। ਉੱਥੇ x 0 ਸੀ, y ਤਾਂ 0 ਹੋਇਆ, ਤਾਂ ਨੋਡ ਬਣਿਆ। ਹੁਣ ਸਟ੍ਰਿੰਗ ਦੇ ਦੂਜੇ ਐਂਡ ਤੇ ਜਦੋਂ ਪਹੁੰਚਾਂਗੇ ਤਾਂ ਅਸੀਂ ਕਹਿੰਦੇ ਜੀ ਇਸ ਐਂਡ ਨੂੰ ਰਿਜਿਡ ਐਂਡ ਨਾਲ ਜੋੜਿਆ ਹੋਇਆ, ਤੇ ਰਿਜਿਡ ਐਂਡ ਹੋਣ ਕਰਕੇ ਠੀਕ ਹੈ ਜੀ ਇੱਥੇ ਹਮੇਸ਼ਾ ਹੀ ਡਿਸਪਲੇਸਮੈਂਟ 0 ਆਣੀ ਆ, ਯਾਨੀ y 0 ਆਣਾ। ਤੇ ਜੇ y 0 ਆ ਇਹਦਾ ਮਤਲਬ ਇਹਦੇ ਇਸ ਐਂਡ ਦੇ ਉੱਤੇ ਵੀ ਮੇਰੇ ਕੋਲ ਨੋਡ ਬਣਨਾ, ਜਿਹੜੀ ਸਟ੍ਰਿੰਗ ਦੇ ਦੋਨੋਂ ਐਂਡ ਜਿਹੜੇ ਨੇ ਉਹਦੇ ਵਿੱਚ ਨੋਡ ਵੀ ਬਣਨੇ ਆ, ਐਂਟੀ ਨੋਡ ਵੀ ਬਣਨੇ ਆ, ਪਰ ਜਿਹੜੇ ਦੋਨੋਂ ਫਿਕਸਡ ਐਂਡ ਨੇ ਉਹ ਦੋਨਾਂ ਫਿਕਸਡ ਐਂਡ ਤੇ ਹਮੇਸ਼ਾ ਹੀ ਨੋਡ ਬਣੇਗਾ, ਕਿਤੇ ਵੀ ਉਹਦੇ ਫਿਕਸਡ ਐਂਡ ਤੇ ਐਂਟੀ ਨੋਡ ਨਹੀਂ ਬਣਨਾ। ਕੀ ਇੰਨੀ ਗੱਲ ਸਮਝ ਲੱਗੀ? Yes, sir. ਹੁਣ ਆਹ ਕੰਡੀਸ਼ਨ ਬੇਟਾ ਇੱਥੇ ਪੁੱਤ ਮੈਂ ਫੇਰ ਰਿਪੀਟ ਕਰ ਰਿਹਾ, ਜਦੋਂ ਅਗਲਾ ਟੌਪਿਕ ਕਰਾਂਗੇ ਨਾ ਕਲੋਜ਼ਡ ਆਰਗਨ ਪਾਈਪ ਵਾਲਾ, ਉਹਦੇ ਇੱਥੇ ਜਾ ਕੇ ਲਾਈਨ ਬਦਲ ਜਾਣੀ ਆ, ਠੀਕ ਹੈ। ਇਸ ਵੇਲੇ ਜਿਹੜਾ ਕਰਦੇ ਪਏ ਇਹ ਚ y ਮੇਰਾ 0 ਆ ਗਿਆ। ਹੁਣ ਆਪਾਂ ਇੱਥੇ y 0 ਭਰੀਏ, ठीक है, 0 इक्वल टू -2r sin kl into cos omega t। वो कहता अपने कोल y ਨੂੰ 0 ਜਾਂ y ਦੀ ਵੈਲਿਊ ਨੂੰ ਕੁਝ ਵੀ ਬਣਾਉਣ ਵਾਲਾ x ਵਾ, ਯਾਨੀ ਜਦੋਂ x ਨੂੰ ਤੁਸੀਂ ਬਦਲਦੇ ਪਏ ਹੋ, x ਦੀ ਵੈਲਿਊ ਮੇਰੇ ਕੋਲ ਇੰਨੀ ਹੋਊਗੀ ਤੇ y ਮੈਕਸਿਮਮ ਹੋਊਗਾ, x ਦੀ ਵੈਲਿਊ ਇੱਥੇ ਤੱਕ ਦੀ ਹੋਏਗੀ ਤੇ y 0 ਹੋਏਗਾ, x ਦੀ ਵੈਲਿਊ l ਹੋਏਗੀ, y 0 ਆਇਆ। ਇਹਦਾ ਮਤਲਬ x ਦੀਆਂ ਡਿਫਰੈਂਟ ਵੈਲਿਊਜ਼ ਨੇ, ਜਦੋਂ y ਦੀ ਵੈਲਿਊ 0 ਆਣੀ ਆ, ਠੀਕ ਹੈ। ਜੇ ਇੱਥੇ ਤੱਕ ਦਾ x ਵਾ y 0 ਆ, ਜੇ ਇੱਥੇ ਤੱਕ ਦਾ x ਆ y 0 ਆ, ਜੇ ਇੱਥੇ ਤੱਕ ਦਾ x ਆ y 0 ਆ। ਉਹ ਕਹਿੰਦਾ ਇਹਦਾ ਮਤਲਬ y ਨੂੰ 0 ਕਰਨ ਵਾਲਾ ਆ ਸਾਈਨ ਵਾਲੀ ਟਰਮ ਹੋਊਗੀ। Yes, sir. ਉਹ ਤੇ ਇੱਕ ਚੀਜ਼ ਤੇ ਮੈਂ ਬਾਰ-ਬਾਰ ਸਟ੍ਰੈਸ ਦੇ ਰਿਹਾ, ਆ ਇੱਕ ਲਾਈਨ ਨੇ ਆਰਟੀਕਲ ਚੇਂਜ ਕਰਾਣੇ ਆ, ठीक है, इनू दिमाग च रखो जो बोलदा पिया। आ y जे 0 होया है ना, ते इस पूरी दी पूरी लेंथ दे उत्ते बहुत सारियां लोकेशंस ने जिथे जिथे y 0 आ। ਇਹਦਾ ਮਤਲਬ ਜਿੱਥੇ ਜਿੱਥੇ y 0 ਆ, ਇਹਦਾ ਮਤਲਬ ਸਾਈਨ ਦੀ ਇਸ ਵੈਲਿਊ ਦੇ ਕਰਕੇ y 0 ਆਇਆ। ਉਹ ਕਹਿੰਦਾ ਸਾਈਨ ਦਾ ਫੇ ਕਿਹੜਾ ਕਿਹੜਾ ਐਂਗਲ ਆ, नहीं हो सकती जी cos वाली टर्म। ਉਹਦਾ ਕਾਰਨ ਇਹ ਆ ਕਿ y ਮੇਰੇ ਕੋਲ ਡਿਸਪਲੇਸਮੈਂਟ ਨੂੰ ਸ਼ੋ ਆਫ ਕਰਦਾ ਪਿਆ, ਜਿਹੜਾ ਰਿਜ਼ਲਟੈਂਟ ਵੇਵ ਦੇ ਐਂਪਲੀਟਿਊਡ ਨੂੰ ਬਣਾਉਂਦੀ ਆ ਮਨਨ। ਤੇ ਰਿਜ਼ਲਟੈਂਟ ਵੇਵ ਦੇ ਐਂਪਲੀਟਿਊਡ ਨੂੰ ਬਣਾਉਣ ਲੱਗੇ ਮੈਂ ਪਿੱਛੇ ਟਰਮ ਦੱਸ ਕੇ ਆਇਆ ਬੇਟਾ ਕਿ ਇੱਥੇ x ਉਹ ਵੇਰੀਏਬਲ ਆ ਜਿਹੜਾ ਚੇਂਜ ਕਰਕੇ x ਦੀ ਵੈਲਿਊ ਨੂੰ ਚੇਂਜ ਕਰ ਕਰਕੇ ਅਸੀਂ ਸਟ੍ਰਿੰਗ ਦੇ ਉੱਤੇ ਪੁਆਇੰਟ ਲੱਭਦੇ ਪਏ ਆ ਜਿੱਥੇ ਜਿੱਥੇ ਡਿਸਪਲੇਸਮੈਂਟ ਦੀ ਵੈਲਿਊ 0 ਜਾਂ ਮੈਕਸਿਮਮ ਆਂਦੀ ਪਈ ਆ। ਕਲੀਅਰ ਆ? Yes, sir. ਚਲ ਸੋ ਇਸ ਮੂਮੈਂਟ ਤੇ ਸਾਈਨ ਦਾ ਉਹ ਕਹਿੰਦਾ ਕਿਹੜਾ ਕਿਹੜਾ ਐਂਗਲ ਆ ਜਿਹਦੇ ਨਾਲ ਮੇਰੇ ਕੋਲ ਜਿਹੜੀ ਐਸਐਚ ਕਹਿੰਦਾ ਜੀ y ਦੀ ਵੈਲਿਊ 0 ਆਏਗੀ। ਅਸੀਂ ਉਹਨੂੰ ਡਿਫਾਈਨ ਕਰਨ ਲੱਗੇ। देयरफॉर sin kl ਜੇ y 0 ਆਇਆ ਤੇ ਇਹਦਾ ਮਤਲਬ sin kl ਨੇ y 0 ਕਰਾਇਆ। ਤੇ ਸਾਈਨ ਦੇ ਸਾਰੇ ਉਹ ਐਂਗਲ ਫੜੋ ਜਦੋਂ ਜਦੋਂ ਸਾਈਨ 0 ਵੈਲਿਊ ਦਿੰਦਾ। ਸਾਈਨ 0 0 ਹੁੰਦਾ, साइन 0 डिग्री 0 ਹੁੰਦਾ, ਉਸ ਤੋਂ ਬਾਅਦ साइन 180 डिग्री 0 ਹੁੰਦਾ, ਫਿਰ साइन 360 डिग्री 0 ਹੁੰਦਾ, ਫਿਰ साइन 540 डिग्री 0 ਹੁੰਦਾ।
ਆਪਾਂ ਜਨਰਲਾਈਜ਼ ਇਦਾਂ ਕਰਦੇ sin 0 ਡਿਗਰੀ 0 ਆ, ਉਸ ਤੋਂ ਬਾਅਦ sin 1 ਪਾਈ 0 ਆ, sin 2 ਪਾਈ 0 ਆ, sin 3 ਪਾਈ 0 ਆ, sin n ਪਾਈ 0 ਆ। ਇਹਦਾ ਮਤਲਬ sin ਦੇ ਜਿਹੜੇ ਐਂਗਲ ਮੇਰੇ ਕੋਲ n ਪਾਈ, ਯਾਨੀ ਜਿਹੜਾ ਪਾਈ ਦੇ ਇੰਟੈਗਰਲ ਮਲਟੀਪਲ ਦੇ ਵਿੱਚ ਐਂਗਲ ਆਂਦੇ ਜਾਊਗੇ, ਇਹ ਸਾਰੇ ਉਹ ਐਂਗਲ ਆਣੇ ਆ ਜਦੋਂ sin ਦੀ ਵੈਲਿਊ 0 ਆ। ਕਿਆ ਇੰਨੀ ਗੱਲ ਕਲੀਅਰ ਆ? Yes, sir. Yes, sir. ਕੋਈ ਇੰਨਾ ਸਾਰਿਆਂ ਨੂੰ ਸਮਝ ਲੱਗਿਆ? Yes, sir. Yes, sir. Yes, sir. therefore ਹੁਣ ਆਪਾਂ ਇਹ ਤੋਂ sin ਦੀਆਂ ਵੈਲਿਊਜ਼ ਇਕੁਏਟ ਕਰ ਦਈਏ ਤੇ therefore KL = n ਪਾਈ, ਔਰ k ਜੇ ਯਾਦ ਹੋਵੇ ਤਾਂ ਅਸੀਂ ਪ੍ਰੋਪੇਗੇਸ਼ਨ ਕਾਂਸਟੈਂਟ ਨੂੰ ਕਿਹਾ ਸੀ, ਠੀਕ ਹੈ। ਬਟ k ਦੀ ਵੈਲਿਊ ਲਿਖਾ ਤੇ k ਅਸੀਂ ਸਬਸਟੀਟਿਊਟ ਕੀਤਾ ਸੀ 2 ਪਾਈ ਬਾਈ ਲੈਮਡਾ ਨੂੰ। ਇਹਦਾ ਮਤਲਬ k ਦੀ ਥਾਂ ਤੇ ਵੈਲਿਊ ਪੁੱਟ ਆਊਟ ਕਰ ਦਈਏ ਤੇ ਆਪਣੇ ਕੋਲ ਰਿਜ਼ਲਟ ਆ ਗਿਆ 2 ਪਾਈ ਬਾਈ ਲੈਮਡਾ * l = n ਪਾਈ, ਠੀਕ ਹੈ। ਇਹ ਤੋਂ ਲੈਮਡਾ ਦਾ ਫਾਰਮੂਲਾ ਬਣਾ ਦੇਣਾ ਆਪਾਂ। therefore ਲੈਮਡਾ ਦਾ ਫਾਰਮੂਲਾ ਪਾਈ ਕੈਨਸਲ ਕਰ ਲਓ, ਲੈਮਡਾ ਦਾ ਫਾਰਮੂਲਾ ਆਪਣੇ ਕੋਲ ਇੱਥੇ ਆ ਗਿਆ 2l/n। ਆ ਸਟੈਪ ਜਿਹੜੇ 4 ਕੀਤੇ ਨਾ ਅਗਲੇ ਆਰਟੀਕਲ ਚ ਕਲੋਜ਼ਡ ਆਰਗਨ ਪਾਈਪ ਦੇ ਵਿੱਚ, ਆ 4 ਸਟੈਪ ਤੋਂ y = 0 ਤੋਂ ਬਦਲਨੇ ਅਸੀਂ। ਪਿਛਲਾ ਕੁਝ ਨਹੀਂ ਦੁਬਾਰਾ ਲਿਖਣਾ, ਆ ਕੰਡੀਸ਼ਨ ਤੁਹਾਨੂੰ ਆਂਦੀ ਹੋਣੀ ਚਾਹੀਦੀ ਹੈ। ਉਦੋਂ y = 0 ਜਿੱਥੇ ਲਿਖਿਆ ਇੱਥੋਂ ਕੰਡੀਸ਼ਨ ਬਦਲਣੀ ਅਸੀਂ, ਤੇ ਇੱਥੋਂ ਕੰਡੀਸ਼ਨ ਬਦਲ ਕੇ ਆ ਇਕੁਏਸ਼ਨ ਲੈਮਡਾ ਦੀ ਜਿਹੜੀ ਉਹ ਬਦਲ ਜਾਣੀ। ਜਦੋਂ ਇੱਥੇ ਆਇਆ 2l/n, ਉੱਥੇ ਇਹ ਇਕੁਏਸ਼ਨ ਬਦਲ ਕੇ 4l/2n - 1 ਬਦਲਣਾ। ਮਤਲਬ ਅਗਲਾ ਟੌਪਿਕ ਇੰਨਾ ਹੀ ਸਿਰਫ ਸਮਝਣ ਵਾਲਾ ਆਏਗਾ। ਇਹਦੇ ਵਿੱਚ ਆਪਣੇ ਆ ਸਟੈਪ ਸਾਰੇ ਇਕੱਲਾ ਵਰਡ ਆਪਣੇ ਧਿਆਨ ਨਾਲ ਕਰਨ ਵਾਲਾ ਸੀ। ਕਿਆ ਇੰਨਾ ਕਲੀਅਰ ਹੈ ਜੀ? Yes, sir. Yes, sir. Yes, sir. ਮੇਰੇ ਕੋਲ ਜਿਹੜੀਆਂ ਵੇਵਸ ਬਣਦੀਆਂ ਪਈਆਂ ਉਹਦੀ ਵੇਵ ਲੈਂਥ ਆ ਗਈ, ਠੀਕ ਹੈ ਜੀ। ਮੇਰੇ ਕੋਲ ਪੂਰੀ ਲੈਂਥ ਦੇ ਉੱਤੇ ਵੇਵਸ ਕਿੰਨੀਆਂ ਬਣਨੀਆਂ ਇਹਦੀ ਗੱਲ ਕਰਾਂਗੇ ਇਸ ਤੋਂ ਅੱਗੇ। ਇਹ ਆਰਟੀਕਲ ਹਜੇ ਕੰਪਲੀਟ ਨਹੀਂ, ਲੈਮਡਾ ਦਾ ਫਾਰਮੂਲਾ ਡਰਾਈਵ ਹੋਇਆ, ਇਹ ਤੋਂ ਬਾਅਦ ਮੋਡ ਆਫ ਵਾਈਬ੍ਰੇਸ਼ਨ ਵਾਲਾ ਪਾਰਟ ਹਜੇ ਪੈਂਡਿੰਗ ਆ, ਠੀਕ ਹੈ। ਮੈਂ ਬੜੀ ਤਸੱਲੀ ਨਾਲ ਇੱਕ ਆਪਾਂ ਟੌਪਿਕ ਖਤਮ ਕਰਾਂਗੇ ਤਾਂ ਕਿ ਬਾਕੀਆਂ ਦੇ ਵਿੱਚ ਆਪਾਂ ਜਲਦੀ ਉਹਨੂੰ ਕਰ ਪਾਵਾਂਗੇ। ਕਿਆ ਇੰਨਾ ਕਲੀਅਰ ਹੈ ਬੇਟੇ? Yes, Yes, sir. sir. Yes, sir.